The Finest Story in the World by Rudyard Kipling Part 2 Part 1 ਦੇ ਵਿੱਚ ਅਸੀਂ keywords important short notes ਕਿਹੜੇ ਹਨ long answer ਕਿਹੜੇ ਬਣ ਕੇ ਆ ਸਕਦੇ ਹੈ author ਦੀ introduction theme ਕਰ ਚੁੱਕੇ ਹਾਂ Part 2 ਦੇ ਵਿੱਚ ਡਿਟੇਲ ਦੇ ਵਿੱਚ ਪੜਾਂਗੇ ਅਸੀਂ summary ਤਾਂ Part 1 ਦੇਖਣ ਦੇ ਲਈ ਤੁਸੀਂ ਜੋ ਇਸ ਤੋਂ ਪਹਿਲਾਂ ਵਾਲੀ ਵੀਡੀਓ ਉਸ 'ਤੇ ਕਲਿੱਕ ਕਰੋ ਡਿਟੇਲਡ ਥੀਮ ਤੇ ਆਥਰਸ ਇੰਟਰੋਡਕਸ਼ਨ ਤੇ ਓਵਰਵਿਊ ਆਫ ਦ ਸਟੋਰੀ ਵਾਚ ਕਰ ਸਕਦੇ ਹੋ ਚਾਹੇ ਥੀਮ ਆ ਜੇ ਚਾਹੇ ਸਮਰੀ ਆ ਜੇ ਤਾਂ ਆਥਰ ਦੀ ਇੰਟਰੋਡਕਸ਼ਨ ਐਂਡ ਓਵਰਵਿਊ ਤੁਸੀਂ ਲਿਖਣਾ ਹੈ ਉਹ ਮਿਸ ਨਹੀਂ ਕਰਨਾ ਹਾਂਜੀ ਦਿਸ has already been explained to you in the previous video please watch the previous video the summary to start ਕਰਾਂਗੇ ਅਸੀਂ ਹਾਂਜੀ summary of the story the finest story in the world starts with an epigraph ਇਹ ਤੋਂ ਥੋੜਾ ਧਿਆਨ ਨਾਲ epigraph ਕੀ ਹੁੰਦਾ ਹੈ ਕਿ ਕਿਸੇ ਵੀ ਸਟੋਰੀ ਜਾਂ ਕਿਸੇ ਵੀ ਲਿਟਰੇਰੀ ਵਰਕ ਤੋਂ ਪਹਿਲਾਂ ਜੋ ਕੁਝ ਲਾਈਨਸ ਐਡ ਕੀਤੇ ਜਾਂਦੇ ਉਹਨੂੰ ਕਹਿੰਦੇ ਐਪੀਗ੍ਰਾਫ ਤਾਂ ਇਸ ਸਟੋਰੀ ਦੇ ਸਟਾਰਟ 'ਤੇ ਕਿਸ ਦੀਆਂ ਲਾਈਨਸ ਐਡ ਕੀਤੀਆਂ ਗਈਆਂ W.E. ਹੈਨਲੇ ਦੀ ਪੋਇਮ ਔਰ ਐਵਰ ਦ ਨਾਈਟਲੀ ਈਅਰਸ ਦੇ ਵਿੱਚੋਂ ਇਹ ਦੋ ਲਾਈਨਸ ਇਹ ਕੁਝ ਲਾਈਨਸ ਐਡ ਕੀਤੀਆਂ ਗਈਆਂ ਜਿਸ ਦੀਆਂ ਕਿ ਫਰਸਟ ਟੂ ਲਾਈਨਸ ਮੈਂ ਇੱਥੇ ਲਿਖੀਆਂ ਹੈ ਔਰ ਐਵਰ ਦ ਨਾਈਟਲੀ ਈਅਰਸ ਵਰ ਗੋਨ ਉਹ ਸਾਰੇ ਜਿਹੜੇ ਸਾਲ ਜਾ ਚੁੱਕੇ ਹੈ ਵਿਦ ਦ ਓਲਡ ਵਰਡ ਟੂ ਦ ਗ੍ਰੇਵ ਠੀਕ ਹੈ ਉਸ ਗ੍ਰੇਵ ਦੇ ਵਿੱਚ ਇਹ ਲਾਈਨਸ ਕਿਉਂ ਐਡ ਕੀਤੀਆਂ ਗਈਆਂ ਕਿਉਂਕਿ ਬਿਕੋਜ਼ ਦਿਸ ਪੋਇਮ ਆਲਸੋ ਡੀਲਸ ਵਿਦ ਦ ਥੀਮ ਆਫ ਟਰਾਂਸਮਾਈਗ੍ਰੇਸ਼ਨ ਐਜ਼ ਅ ਪ੍ਰੈਜ਼ੈਂਟ ਸਟੋਰੀ ਜਿਵੇਂ ਕਿ ਸਾਡੀ ਪ੍ਰੈਜ਼ੈਂਟ ਸਟੋਰੀ ਦ ਫਾਈਨੈਸਟ ਸਟੋਰੀ ਇਨ ਦ ਵਰਲਡ ਟਰਾਂਸਮਾਈਗ੍ਰੇਸ਼ਨ ਦੇ ਥੀਮ ਨੂੰ ਦਿਖਾਉਂਦੀ ਹੈ ਉਵੇਂ ਹੀ ਹੈਨਲੇ ਦੀ ਇਹ ਪੋਇਮ ਔਰ ਐਵਰ ਦ ਨਾਈਟਲੀ ਈਅਰਸ ਵੀ ਟਰਾਂਸਮਾਈਗ੍ਰੇਸ਼ਨ ਦੇ ਥੀਮ ਨੂੰ ਪ੍ਰੈਜ਼ੈਂਟ ਕਰਦੀ ਹੈ ਇਹ ਬੱਚੇ ਮੇਰਾ ਨਾਮ ਹੈ ਤੁਸੀਂ ਬਿਲਕੁਲ ਵੀ ਜੋ ਰੈੱਡ ਪੈਨ ਨਾਲ ਮੈਂ ਮੈਂਸ਼ਨ ਕਰਦੀ ਤੁਸੀਂ ਕਦੀ ਵੀ ਨਹੀਂ ਲਿਖਣਾ ਦਿਸ ਇਜ਼ ਜਸਟ ਬਿਕੋਜ਼ ਕਿ ਬਹੁਤ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਕੋਈ ਆਨਸਰ ਪ੍ਰਿਪੇਅਰ ਹੁੰਦਾ ਹੈ ਤਾਂ ਕੋਈ ਕਾਪੀ ਨਾ ਹੋ ਜੇ ਇਸ ਕਰਕੇ ਮੈਂਸ਼ਨ ਕਰਨਾ ਪੈਂਦਾ ਹੈ ਚਾਰਲੀ ਮੀਅਰਸ ਹੂ ਇਜ਼ the main character of the story the whole story is about the notion in his mind ਚਾਰਲੇ ਮੀਅਰਸ ਜਿਹੜਾ ਕਿ ਮੇਨ ਕਰੈਕਟਰ ਹੈ ਪੂਰੀ ਸਟੋਰੀ ਕਿਸ ਚੀਜ਼ ਬਾਰੇ ਹੈ ਨੋਸ਼ਨ ਜੋ ਕਿ ਚਾਰਲੇ ਮੀਅਰਸ ਦੇ ਮਾਈਂਡ ਦੇ ਵਿੱਚ ਹੈ ਉਹਦੇ ਬਾਰੇ ਹੈ ਹੀ ਇਜ਼ ਅ ਬੈਂਕ ਕਲਰਕ ਉਹ ਇੱਕ ਬੈਂਕ ਦੇ ਵਿੱਚ ਕਲਰਕ ਹੈ ਹੀ ਇਜ਼ ਆਫ 20 years ਕਿੰਨੇ ਸਾਲ ਦਾ ਹੈ 20 ਸਾਲ ਦਾ ਹੈ ਹੀ ਇਜ਼ ਫੁੱਲ ਆਫ ਐਸਪੀਰੇਸ਼ਨਸ ਉਹਦੇ ਅੰਦਰ ਬਹੁਤ ਜ਼ਿਆਦਾ ਇੱਛਾਵਾਂ ਹੈ ਕਿ ਉਹ ਕੁਛ ਨਾ ਕੁਛ ਲਿਖਣਾ ਚਾਹੁੰਦਾ ਹੈ ਹਿਜ਼ ਪੇ ਇਜ਼ 25 shillings ਇਨ ਅ ਵੀਕ ਉਹਦੀ a week 25 shilling ਇੱਕ ਹਫਤੇ ਦੀ ਉਹਦੀ ਤਨਖਾਹ ਹੈ ਨਰੇਟਰ ਐਂਡ ਚਾਰਲੀ ਮੀਟ ਈਚ ਅਦਰ ਇਨ ਅ ਪਬਲਿਕ ਬਿਲੀਅਰਡ ਸਲੂਨ ਨਰੇਟਰ ਤੇ ਚਾਰਲੀ ਇੱਕ ਬਿਲੀਅਰਡ ਇੱਕ ਗੇਮ ਹੈ ਜਿਸ ਦੇ ਵਿੱਚ ਕਿ ਚਾਰੇ ਪਾਸੇ ਬਾਲਸ ਜੋ ਹੈ ਹਿੱਟ ਕਰਕੇ ਪਾਣੀਆਂ ਹੁੰਦੀਆਂ ਹੈ ਨਾ ਤੁਸੀਂ ਅਕਸਰ ਦੇਖੀ ਹੋਏਗੀ ਤਾਂ ਉੱਥੇ ਉਹ ਮਿਲਦੇ ਹੈ Charlie wants to become a writer and publish his poems and stories on love and death in journals. ਤਾਂ ਚਾਰਲੀ ਨਰੇਟਰ ਨੂੰ ਦੱਸਦਾ ਹੈ ਕਿ ਉਹ ਲਵ ਤੇ ਡੈਥ 'ਤੇ ਆਪਦੀਆਂ ਕਹਾਣੀਆਂ ਅਤੇ ਆਪਦੀਆਂ ਪੋਇਮਸ ਇੱਕ ਜਰਨਲਸ ਦੇ ਵਿੱਚ ਪਬਲਿਸ਼ ਕਰਨਾ ਚਾਹੁੰਦਾ ਹੈ ਜਾਂ ਕਰਦਾ ਰਹਿੰਦਾ ਹੈ ਨਰੇਟਰ ਫੀਲਸ ਰਿਵਾਰਡਿਡ ਨਰੇਟਰ ਨੂੰ ਇਹ ਗੱਲ ਜਾਣ ਕੇ ਬੜੀ ਚੰਗੀ ਲੱਗਦੀ ਹੈ ਕਿ ਚਾਰਲੀ ਉਸ 'ਤੇ ਵਿਸ਼ਵਾਸ ਕਰ ਲਿਆ ਅਤੇ ਉਹਦੇ ਨਾਲ ਆਪਣੀਆਂ ਗੱਲਾਂ ਡਿਸਕਸ ਕਰ ਰਿਹਾ ਤਾਂ ਇਹ ਸ਼ੋਰਟ ਨੋਟ ਆਇਆ ਹੋਇਆ ਕਿ ਨਰੇਟਰ ਕਿਉਂ ਖੁਸ਼ ਹੁੰਦਾ ਹੈ ਚਾਰਲੀ ਦੇ ਨਾਲ ਸਭ ਕੁਝ ਡਿਸਕਸ ਕਰਕੇ ਤਾਂ ਨਰੇਟਰ ਫੀਲਸ ਰਿਵਾਰਡਿਡ ਬਿਕੋਜ਼ ਆਫ ਚਾਰਲੀਜ਼ ਅਨਰਿਜ਼ਰਵਡ confidence and self revelation to the narrator ਕਿ ਉਹ ਜਿਸ ਤਰੀਕੇ ਨਾਲ ਨਰੇਟਰ ਦੇ ਅੱਗੇ ਆਪਣੇ ਆਪ ਨੂੰ ਰਿਵੀਲ ਕਰਦਾ ਹੈ ਪੇਸ਼ ਕਰਦਾ ਹੈ ਅਤੇ ਉਹਦੇ 'ਤੇ ਬਹੁਤ ਜ਼ਿਆਦਾ ਅਨਰਿਜ਼ਰਵ ਕੌਨਫੀਡੈਂਸ ਰੱਖਦਾ ਹੈ ਨਰੇਟਰ ਦੇ ਉੱਪਰ ਅਤੇ ਨਰੇਟਰ ਨੂੰ ਇਹ ਗੱਲਾਂ ਸਾਰੀਆਂ ਬਹੁਤ ਚੰਗੀਆਂ ਲੱਗਦੀਆਂ ਚਾਰਲੀਜ਼ ਮਦਰ ਡਿਡ ਨਾਟ ਐਨਕਰੇਜ ਹਿਜ਼ ਐਸਪੀਰੇਸ਼ਨ ਅਤੇ ਚਾਰਲੀ ਸਭ ਕੁਝ ਕਿਉਂ ਕਰ ਰਿਹਾ ਹੁੰਦਾ ਹੈ ਕਿਉਂਕਿ ਚਾਰਲੀ ਦੀ ਮਦਰ ਉਸ ਦੀਆਂ ਇਹ ਜਿਹੜੀਆਂ ਇੱਛਾਵਾਂ ਉਹ ਪੂਰਾ ਨਹੀਂ ਕਰਦੀ ਕਿਉਂਕਿ ਉਹਨੂੰ ਰਾਈਟਰ ਬਣਨਾ ਨਹੀਂ ਦੇਖਣਾ ਚਾਹੁੰਦੀ ਹੀ ਯੂਜ਼ ਟੂ ਕਮ ਟੂ ਨਰੇਟਰਸ ਪਲੇਸ ਐਂਡ ਨਰੇਟਰ ਐਨਕਰੇਜਿਸ ਚਾਰਲੀ ਫॉर ਰਾਈਟਿੰਗ ਅਤੇ ਇਸ ਕਰਕੇ ਉਹ ਨਰੇਟਰ ਦੇ ਘਰ ਆਉਂਦਾ ਅਤੇ ਨਰੇਟਰ ਐਨਕਰੇਜ ਕਰਦਾ ਉਹਨੂੰ ਪ੍ਰੇਰਨਾ ਦਿੰਦਾ ਹੋਰ ਲਿਖਣ ਦੇ ਲਈ One night, Charlie called narrator that he had a notion in his mind that would make the most splendid story that was ever written. ਤਾਂ ਇੱਕ ਦਿਨ ਚਾਰਲੀ ਉਸ ਕੋਲ ਆਉਂਦਾ ਕਿ ਮੇਰੇ ਦਿਮਾਗ ਦੇ ਵਿੱਚ ਇੱਕ ਨੋਸ਼ਨ ਹੈ ਨੋਸ਼ਨ ਮੀਨਸ ਕੋਈ ਆਈਡੀਆ ਹੈ ਜਿਹੜੀ ਕਿ ਇੱਕ ਇਹੋ ਜਿਹੀ ਸਟੋਰੀ ਬਣਾਏਗੀ ਜਿਹੜੀ ਕਿ ਬੜੀ ਸਪਲੈਂਡਿਡ ਸ਼ਾਨਦਾਰ ਸਟੋਰੀ ਹੋਏਗੀ ਜਿਹੜੀ ਕਿ ਕਦੀ ਵੀ ਨਹੀਂ ਲਿਖੀ ਗਈ ਹੋਏਗੀ
ਹੀ ਟੇਕਸ ਪਰਮਿਸ਼ਨ ਫਰੋਮ ਨਰੇਟਰ ਟੂ ਰਾਈਟ ਐਟ ਹਿਸ ਪਲੇਸ। ਤਾਂ ਉਹ ਨਰੇਟਰ ਨੂੰ ਤੋਂ ਪਰਮਿਸ਼ਨ ਲੈਂਦਾ ਹੈ ਕਿ ਮੈਂ ਇੱਥੇ ਬੈਠ ਕੇ ਲਿਖਣਾ ਚਾਹੁੰਦਾ। ਹੀ ਹਾਰਡਲੀ ਥੈਂਕ ਦ ਨਰੇਟਰ ਫॉर ਪਰਮਿਸ਼ਨ ਐਂਡ ਪਲੰਜਡ ਇਨਟੂ ਹਿਸ ਵਰਕ। ਤਾਂ ਉਹ ਬੜੀ ਮੁਸ਼ਕਿਲ ਨਾਲ ਬਸ ਹਜੇ ਥੈਂਕ ਯੂ ਕੀਤਾ ਹੁੰਦਾ ਨਰੇਟਰ ਦਾ ਪਰਮਿਸ਼ਨ ਦੇ ਲਈ, ਉਹ ਫਟਾਫਟ ਆਪਣੀ ਲਿਖਣ ਵਿੱਚ ਰੁੱਝ ਜਾਂਦਾ ਹੈ। ਹਾਫ ਐਨ ਆਰ ਹੀ ਕੈਪਟ ਔਨ ਰਾਈਟਿੰਗ ਵਿਦਾਊਟ ਸਟੋਪਿੰਗ। ਅਤੇ ਅੱਧਾ ਘੰਟਾ ਬਿਨਾਂ ਰੁਕੇ ਉਹ ਲਿਖਦਾ ਰਹਿੰਦਾ ਹੈ। ਦੈਨ ਸਾਈਡ ਐਂਡ ਟਕਡ ਹਿਜ਼ ਹੇਅਰ। ਅਤੇ ਥੋੜ੍ਹਾ ਸਾਹ ਲੈਂਦਾ ਹੈ ਅਤੇ ਆਪਣੇ ਵਾਲ ਬੰਨ੍ਹਦਾ ਹੈ। ਐਂਡ ਸਲੋਲੀ ਰਾਈਟਿੰਗ ਸੀਜ਼। ਅਤੇ ਹੌਲੀ ਹੌਲੀ ਉਹ ਰਾਈਟਿੰਗ ਉਹਦੀ ਰੁਕ ਜਾਂਦੀ ਹੈ, ਸਟੋਪ ਹੋ ਜਾਂਦੀ ਹੈ, ਸੀਜ਼ ਹੋ ਜਾਂਦੀ ਹੈ। ਚਾਰਲੀ ਵਾਜ਼ ਅਨਏਬਲ ਟੂ ਰਾਈਟ ਦ ਨੋਸ਼ਨ ਇਨ ਹਿਸ ਮਾਈਂਡ। ਚਾਰਲੀ ਜੋ ਉਹਦੇ ਮਾਈਂਡ ਵਿੱਚ ਨੋਸ਼ਨ ਹੈ ਉਹਨੂੰ ਨਹੀਂ ਲਿਖ ਪਾਉਂਦਾ, ਬਿਕੋਜ਼ ਹੀ ਲੈਕਸ ਰਾਈਟਿੰਗ ਸਕਿੱਲਸ, ਕਿਉਂਕਿ ਉਹਦੇ ਅੰਦਰ ਰਾਈਟਿੰਗ ਸਕਿੱਲਸ ਨਹੀਂ ਹੈ। ਹੀ ਟੋਲਡ ਅ ਸਟੋਰੀ ਟੂ ਨਰੇਟਰ। ਅਤੇ ਉਹ ਇਹ ਕਹਾਣੀ ਨਰੇਟਰ ਨੂੰ ਦੱਸਦਾ ਹੈ। ਫॉर ਨਰੇਟਰ ਇਟ ਵਾਜ਼ ਅ ਡਿਸਟਿੰਕਟ ਨੋਸ਼ਨ ਅਮੰਗ ਨੋਸ਼ਨਸ। ਨਰੇਟਰ ਦੇ ਲਈ ਇਹ ਕਹਾਣੀ ਨੋਸ਼ਨਾਂ ਦੇ ਵਿੱਚੋਂ ਵੀ ਇੱਕ ਨੋਸ਼ਨ, ਮਤਲਬ ਇੱਕ ਆਈਡੀਆਜ਼ ਦੇ ਵਿੱਚੋਂ ਇੱਕ ਮਹਾਨ ਆਈਡੀਆ ਸੀ। ਟੈਕਸਟ ਦੇ ਵਿੱਚ ਵੀ ਇਸ ਨੋਸ਼ਨ ਦੀ ਐਨ ਕੈਪੀਟਲ ਹੈ, ਇਸ ਲਈ ਮੈਂ ਕੈਪੀਟਲ ਪਾਈ ਹੈ, ਕਿਉਂਕਿ ਇਟ ਵਾਜ਼ ਅ ਡਿਸਟਿੰਕਟ ਆਈਡੀਆ, ਡਿਫਰੈਂਟ ਆਈਡੀਆ, ਦ ਫਾਈਨੈਸਟ ਸਟੋਰੀ ਇਨ ਦ ਵਰਲਡ। Charlie has serene fancy with sample of horrible sentences। ਪਿਓਰ ਜੋ ਹੈ ਕਲਪਨਾ ਸੀ ਚਾਰਲੇ ਦੀ, ਅਤੇ ਉਹ ਹੌਰੀਬਲ ਸੈਂਟੈਂਸ ਸੀ ਉਹਦੇ ਵਿੱਚ। ਨਰੇਟਰ ਨਰੇਟਰ ਕਾਲਡ ਦਿਸ ਸਟੋਰੀ ਦ ਸਟੋਰੀ ਆਫ ਅ ਸ਼ਿਪ। ਨਰੇਟਰ ਪਹਿਲਾਂ ਇਸ ਸਟੋਰੀ ਨੂੰ ਕੀ ਨਾਮ ਦੇ ਦਿੰਦਾ ਹੈ? ਦ ਸਟੋਰੀ ਆਫ ਅ ਸ਼ਿਪ। ਨਰੇਟਰ ਫੀਲਸ ਦੈਟ ਦ ਚਾਰਲੀ ਵਿਲ ਨਾਟ ਬੀ ਏਬਲ ਟੂ ਰਾਈਟ ਦ ਸਟੋਰੀ ਇਨ ਹਿਸ ਮਾਈਂਡ। ਤਾਂ ਨਰੇਟਰ ਨੂੰ ਲੱਗਦਾ ਕਿ ਜੋ ਸਟੋਰੀ ਚਾਰਲੀ ਦੇ ਦਿਮਾਗ ਦੇ ਵਿੱਚ ਹੈ ਉਹ ਉਸ ਨੂੰ ਲਿਖ ਨਹੀਂ ਪਾਏਗਾ, ਕਿਉਂਕਿ ਉਹਦੇ ਕੋਲ ਰਾਈਟਿੰਗ ਸਕਿੱਲਸ ਨਹੀਂ ਹੈ। ਸੋ ਹੀ ਬਾਰਗਨਸ ਵਿਦ ਹਿਮ ਐਂਡ ਇਨਸਿਸਟ him to sell his notion to narrator for £5। ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਬਾਰਗੇਨ ਕਰਦਾ ਹੈ ਕਿ ਮੈਂ ਤੈਨੂੰ £5 ਦੇ ਦਿੰਦਾ ਅਤੇ ਤੂੰ ਮੈਨੂੰ ਜੋ ਆਪਣਾ ਨੋਸ਼ਨ ਹੈ ਉਹ ਵੇਚ ਦੇ। ਪਰ ਪਹਿਲਾਂ ਚਾਰਲੀ ਕਹਿੰਦਾ ਕਿ ਨਹੀਂ, ਮੈਂ £5 ਕਰਕੇ ਆਪਣੀ ਆਈਡੀਆ ਨਹੀਂ ਦੇਵਾਂਗਾ। ਫਿਰ ਜੋ ਰਾਈਟਰ ਹੈ, ਜੋ ਨਰੇਟਰ ਹੈ, ਉਹਨੂੰ ਕਹਿੰਦਾ ਕਿ ਤੂੰ ਇਸ £5 ਦਾ ਕੋਈ ਵੀ ਪੋਇਟਰੀ ਬੁੱਕਸ ਖਰੀਦ ਲਈ, ਠੀਕ ਹੈ। ਅਤੇ ਇਸ ਗੱਲ 'ਤੇ ਜੋ ਚਾਰਲੀ ਹੈ ਐਗਰੀ ਹੋ ਜਾਂਦਾ ਹੈ ਆਪਣਾ ਨੋਸ਼ਨ ਸੇਲ ਕਰਨ ਦੇ ਲਈ, ਕਿ ਆਈ ਵਿਲ ਟੈਲ ਯੂ ਦ ਸਟੋਰੀ ਫॉर £5 ਐਂਡ ਯੂ ਵਿਲ ਰਾਈਟ ਦ ਸਟੋਰੀ ਐਂਡ ਸਟੋਰੀ ਵਿਲ ਬੀ ਪਬਲਿਸ਼ਡ ਔਨ ਦ ਨੇਮ ਆਫ ਦ ਨਰੇਟਰ। ਹਾਂਜੀ, ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ ਬੇਟਾ। At first Charlie refuses, but narrator convinced him that he can buy poetry books for £5। ਪਹਿਲਾਂ ਚਾਰਲੀ ਰਿਫਿਊਜ਼ ਕਰ ਦਿੰਦਾ, ਪਰ ਨਰੇਟਰ ਕਨਵਿੰਸ ਕਰਦਾ ਹੈ ਕਿ ਤੂੰ £5 ਦੀਆਂ ਕਿਤਾਬਾਂ ਖਰੀਦ ਸਕੇਗਾ। ਦ ਬਾਰਗੇਨ ਵਾਜ਼ ਕਲਿੰਚਡ। ਫਿਰ ਇੱਕ ਬਾਰਗੇਨ ਕਿਸੇ ਗੱਲ 'ਤੇ ਆ ਕੇ ਹੋ ਜਾਂਦਾ ਹੈ। ਚਾਰਲੀ ਵਿਲ ਕਮ ਟੂ ਨਰੇਟਰ ਐਂਡ ਟੈਲ ਆਲ ਹਿਜ਼ ਨੋਸ਼ਨਸ ਐਟ ਸ਼ੋਰਟ ਇੰਟਰਵਲਸ। ਕਿ ਚਾਰਲੀ ਥੋੜ੍ਹੀ ਦੇਰ ਬਾਅਦ ਨਰੇਟਰ ਕੋਲ ਆਉਂਦਾ ਰਹੇਗਾ ਅਤੇ ਆਪਣੀਆਂ ਜੋ ਨੋਸ਼ਨ ਹੈ ਉਹ ਨਰੇਟਰ ਨੂੰ ਦੱਸਦਾ ਰਹੇਗਾ। ਚਾਰਲੀ told narrator story of a hero who was pirating in the sea। ਚਾਰਲੀ ਦੱਸਦਾ ਹੈ ਕਿ ਇੱਕ ਹੀਰੋ ਦੀ ਸਟੋਰੀ ਹੈ ਜਿਹੜਾ ਕਿ ਸਮੁੰਦਰ ਦੇ ਵਿੱਚ ਪਾਇਰੇਟ ਕਰ ਰਿਹਾ ਸੀ, ਅਟੈਕ ਕਰਦਾ ਸੀ। ਹੀ ਵਾਜ਼ ਔਨ ਦਾ ਲੋਅਰ ਡੈਕ ਆਫ ਦ ਸ਼ਿਪ। ਅਤੇ ਉਸ ਸ਼ਿਪ ਦੇ ਲੋਅਰ ਡੈਕ 'ਤੇ ਸੀ। ਇਟ ਵਾਜ਼ ਅ ਸ਼ਿਪ ਵਿਚ ਰੋਡ ਵਿਦ ਓਰਸ। ਇਹ ਇੱਕ ਇਹੋ ਜਿਹਾ ਸ਼ਿਪ ਸੀ ਜਿਹਨੂੰ ਕਿ ਚੱਪੂਆਂ ਦੇ ਨਾਲ ਚਲਾਇਆ ਜਾਂਦਾ ਸੀ। ਐਂਡ ਦ ਸੀ ਸਪਰਟਸ ਥਰੂ ਦ ਓਰ ਹੋਲਸ ਐਂਡ ਅ ਮੈਨ ਸਿਟਿੰਗ ਅਪ ਟੂ ਦੇਅਰ ਨੀਜ਼ ਇਨ ਵਾਟਰ। ਅਤੇ ਸਮੁੰਦਰ ਉਹਨਾਂ ਓਰਸ ਦੇ ਵਿੱਚੋਂ ਜਿਹੜਾ ਹੈਗਾ ਝਾਤੀਆਂ ਮਾਰਦਾ ਸੀ, ਮਤਲਬ ਜਿਹੜੇ ਉਹਨਾਂ ਸਮੁੰਦਰ ਦੇ ਵਿੱਚੋਂ ਜਿਹੜੀ ਰੋਸ਼ਨੀ ਸੀ ਸਿਰਫ ਉਹਨਾਂ ਓਰਸ ਦੇ ਹੋਲਸ ਦੇ ਵਿੱਚੋਂ ਹੀ ਆਉਂਦੀ ਸੀ। ਅਤੇ ਜਿਹੜੇ ਉਹ ਆਦਮੀ ਬੈਠੇ ਸੀ ਉਹਨਾਂ ਦੇ ਗੋਡਿਆਂ ਦੇ ਤੱਕ ਪਾਣੀ ਹੁੰਦਾ ਸੀ। ਦੈਨ ਦੇਅਰ ਇਜ਼ ਅ ਬੈਂਚ ਰਨਿੰਗ ਡਾਊਨ ਬਿਟਵੀਨ ਦ ਟੂ ਲਾਈਨਸ। ਤਾਂ ਇੱਕ ਬੈਂਚ ਹੁੰਦਾ ਸੀ ਉਹਨਾਂ ਦੋ ਲਾਈਨਸ ਦੇ ਵਿਚਕਾਰ ਆਫ ਓਰਸ ਐਂਡ ਐਨ ਓਵਰਸੀਅਰ ਵਿਦ ਅ ਵਿਪ। ਅਤੇ ਇੱਕ ਓਵਰਸੀਅਰ ਜਿਹਦੇ ਹੱਥ ਚਾਬੁਕ ਹੁੰਦਾ ਸੀ। ਵਾਕਸ ਅਪ ਐਂਡ ਡਾਊਨ ਟੂ ਮੇਕ ਦ ਮੈਨ ਵਰਕ। ਅਤੇ ਇੱਕ ਓਵਰਸੀਅਰ ਵਾਕ ਕਰਦਾ ਰਹਿੰਦਾ ਸੀ ਅਪ ਅਤੇ ਡਾਊਨ ਉਹਨਾਂ ਆਦਮੀਆਂ ਨੂੰ ਕੰਮ ਕਰਾਉਣ ਦੇ ਲਈ। ਚਾਰਲੀ ਐਕਸਪਲੇਨ ਡੈਟ ਇਟ ਵਾਜ਼ ਅ ਡੈਕਡ ਸ਼ਿਪ। ਚਾਰਲੀ ਨੇ ਐਕਸਪਲੇਨ ਕੀਤਾ ਕਿ ਇਹ ਇੱਕ ਡੈਕਡ ਸ਼ਿਪ ਸੀ। ਮਤਲਬ ਕਿਸ ਤਰੀਕੇ ਦਾ ਸ਼ਿਪ ਸੀ? ਜਿਵੇਂ ਫੋਰ ਐਗਜ਼ਾਮਪਲ ਮੈਂ ਰਫਲੀ ਡਰੋ ਕਰਕੇ ਦਿੰਦੀ ਹਾਂ ਕਿ 3 ਇੱਥੇ ਇਹਦੇ ਡੈਕ ਸੀ, ਠੀਕ ਹੈ, 3 ਡੈਕ ਸੀ ਲਾਈਕ ਦਿਸ, ਠੀਕ ਹੈ ਜੀ। ਇਹ ਚੱਪੂ ਚੱਪੂ ਚੱਲਦਾ ਹੈ, ਇਹਨੂੰ ਔਰ ਮੰਨ ਕੇ ਚੱਲੋ, ਠੀਕ ਹੈ। ਇੱਥੇ ਬੈਂਚਿਸ ਪਏ ਹੈ, ਠੀਕ ਹੈ, ਕਲੀਅਰ। ਇਸ ਡੈਕ 'ਤੇ
ਸਭ ਤੋਂ ਲੋਐਸਟ ਡੈਕ ਤੇ 2 ਬੰਦੇ, ਅਪ ਲੋਅਰ ਡੈਕ ਤੇ 3 ਤੇ ਇੱਥੇ 4 ਨਾਲ ਓਵਰਸੀਅਰ ਮਤਲਬ ਜੋ ਉਹਨਾਂ ਤੇ ਨਿਗਾਹ ਰੱਖਣ ਵਾਲੇ। ਉਮੀਦ ਕਰਦੀ ਹਾਂ ਇਹ ਡਾਇਗਰਾਮ ਸਮਝ ਆਈ। ਇਹ ਥਿਊਰੀ ਤਾਂ ਹੀ ਸਮਝ ਆਏਗੀ ਜੇ ਡਾਇਗਰਾਮ ਸਮਝੋਗੇ। ਇੱਕ ਸ਼ਿਪ ਹੈ ਜਿਹਦੇ 3 ਡੈਕ ਹੈ, ਸਭ ਤੋਂ ਥੱਲੜੇ ਡੈਕ ਤੇ ਦ ਲੋਐਸਟ ਡੈਕ ਤੇ 2 ਗੈਲੇ ਸਲੇਵਸ ਹੈ। ਉਹ ਸਲੇਵਸ ਜਿਨ੍ਹਾਂ ਨੂੰ ਗ੍ਰੀਕ ਏਂਸ਼ੀਅੰਟ ਟਾਈਮ ਤੇ ਗ੍ਰੀਕ ਜਿਹੜੇ ਲੋਕਾਂ ਨੇ ਸਲੇਵ ਬਣਾਇਆ ਹੋਇਆ ਸੀ, ਗੈਲੇ ਸਲੇਵਸ। ਤੇ ਇੱਥੇ ਓਵਰਸੀਅਰਸ ਹੈ, ਉਹਨਾਂ ਦੇ ਗੋਡਿਆਂ ਤੱਕ ਪਾਣੀ ਹੈ, ਵਿਚਕਾਰ ਬੈਂਚ ਹੈ। ਇਹ ਓਰਸ ਹੈ, ਓਰਸ ਮਤਲਬ ਚੱਪੂ ਹੈ, ਵੱਡੇ ਵੱਡੇ ਵੂਡਨ ਦੇ ਲੱਕੜ ਦੇ ਚੱਪੂ ਹੈ ਜਿਹਨਾਂ ਨੂੰ ਉਹ ਚਲਾਉਂਦੇ ਹੈ। ਤੇ ਸਭ ਤੋਂ ਲੋਐਸਟ ਡੈਕ ਤੇ ਬਿਲਕੁਲ ਰੋਸ਼ਨੀ ਵੀ ਨਹੀਂ ਪਹੁੰਚਦੀ, ਸਿਰਫ ਓਰ ਦੀਆਂ ਹੋਲਸ ਦੇ ਵਿੱਚੋਂ, ਮੋਰੀਆਂ ਦੇ ਵਿੱਚੋਂ ਮਾੜੀ ਮੋਟੀ ਰੋਸ਼ਨੀ ਜਿਹੜੀ ਸੂਰਜ ਦੀ ਉੱਥੇ ਪਹੁੰਚਦੀ ਹੈ। ਤੇ ਇੱਥੇ 2 3 ਤੇ ਇੱਥੇ 4 ਗੈਲੇ ਸਲੇਵਸ ਹੈ, ਨਾਲ ਉਹਨਾਂ ਦੇ ਓਵਰਸੀਅਰ ਹੈ। ਹਾਂਜੀ। Walks up and down to make the men work. Charlie explained that it was a decked ship. It had 3 decks, the lowest, the lower and the upper deck. ਤਿੰਨ ਦੇ ਡੈਕ ਹੈ, ਸਭ ਤੋਂ ਥੱਲੇ ਵਾਲਾ, ਫਿਰ ਲੋਅਰ ਉਸ ਤੋਂ ਉੱਪਰ ਵਾਲਾ, ਫਿਰ ਅਪਰ ਸਭ ਤੋਂ ਉੱਪਰ ਵਾਲਾ। There were 2 galley slaves on the lowest deck. 2 ਸਭ ਤੋਂ ਲੋਐਸਟ ਤੇ ਸੀ, ਜਿਹੜੀ ਤੁਹਾਨੂੰ ਦੱਸ ਚੁੱਕੀ ਹਾਂ। 3 ਉਸ ਤੋਂ ਉੱਪਰ ਲੋਅਰ ਤੇ 4 ਜੋ ਹੈ ਅਪਰ ਡੈਕ ਤੇ ਸੀ। The galley slaves were tied to benches with iron band round their waist. ਜਿਹੜੇ ਗੈਲੇ ਸਲੇਵ ਸੀ ਬੈਂਚਿਸ ਨਾਲ ਬੰਨੇ ਹੋਏ ਸੀ, ਕਾਹਦੇ ਨਾਲ? ਲੋਹੇ ਦੀਆਂ ਜੰਜੀਰਾਂ ਦੇ ਨਾਲ, ਜੋ ਕਿ ਉਹਨਾਂ ਦੇ ਕਮਰ ਦੇ ਨਾਲ ਬੰਨੀਆਂ ਹੋਈਆਂ ਸੀ। ਐਂਡ ਵਰ ਟਾਈਡ ਟੂ ਓਰਸ ਵਿਦ ਹੈਂਡ ਕਫਸ। ਤੇ ਉਹਨਾਂ ਦੇ ਹੈਂਡਸ ਤੇ ਕਫ ਦੇ ਵਿੱਚ, ਤੇ ਅਸੀਂ ਘੜੀ ਬੰਦੇ ਜਿਹਨੂੰ ਅਸੀਂ ਰਿਸਟ ਕਹਿ ਦਿੰਦੇ ਹਾਂ, ਉੱਥੇ ਹੈਂਡ ਕਫਸ ਪਾਏ ਹੋਏ ਸੀ, ਹੱਥ ਕੜੀਆਂ ਪਾਈਆਂ ਹੋਈਆਂ ਸੀ ਜਿਹੜੀਆਂ ਕਿ ਓਰਸ ਨਾਲ ਬੰਨੀਆਂ ਹੋਈਆਂ ਸਨ। ਮਤਲਬ ਇਹ ਸੀ ਉਹਨਾਂ ਦੀ ਦੁਰਦਸ਼ਾ ਕਿ ਕਿਸ ਤਰੀਕੇ ਨਾਲ ਉਹਨਾਂ ਸਲੇਵਸ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਕਿਵੇਂ ਉਹਨਾਂ ਨੂੰ ਬਹੁਤ ਜ਼ਿਆਦਾ ਬੰਨਿਆ ਜਾਂਦਾ ਸੀ। ਚਾਰਲੀ ਐਕਸਪਲੇਨ ਦਾ ਪਲਾਈਟ ਆਫ ਗੈਲੇ ਸਲੇਵਸ। ਪਲਾਈਟ ਮਤਲਬ ਦੁਰਦਸ਼ਾ। ਮਾਈਨਿਊਟਲੀ ਮਤਲਬ ਬਹੁਤ ਗਹਿਰਾਈ ਨਾਲ। ਹਾਊ ਦੇ ਵਰ ਟੋਰਚਰ ਵਿਦ ਦ ਵਿਪ ਬਾਏ ਦ ਓਵਰਸੀਅਰਸ। ਵੀ ਕਿਵੇਂ ਚਾਬੁਕ ਨਾਲ ਓਵਰਸੀਅਰਸ ਉਹਨਾਂ ਨੂੰ ਟੋਰਚਰ ਕਰਦੇ ਸੀ। ਵੈਨ ਐਨੀ ਸਲੇਵ ਫਰੋਮ ਦ ਲੋਅਰ ਡੈਕ ਡਾਈਜ਼ ਹੀ ਵਾਜ਼ ਨੋਟ ਥਰੋਨ ਓਵਰਬੋਰਡ। ਜਦੋਂ ਕੋਈ ਲੋਅਰ ਡੈਕ ਤੋਂ ਕੋਈ ਸਲੇਵ ਮਰ ਜਾਂਦਾ ਸੀ ਤਾਂ ਉਹਨੂੰ ਸਮੁੰਦਰ ਦੇ ਵਿੱਚ ਨਹੀਂ ਸੁੱਟਿਆ ਜਾਂਦਾ ਸੀ। ਉਹਦੇ ਕੁਝ ਕਾਰਨ ਸਨ। ਕੀ ਸੀ? ਬਟ ਹੀ ਵਾਜ਼ ਕੱਟ ਇਨ ਟੂ ਪੀਸਿਸ। ਉਹਨੂੰ ਕੀ ਟੋਟਿਆਂ 'ਚ ਟੋਟੇ ਕਰ ਦਿੱਤੇ ਜਾਂਦੇ ਸੀ ਅਤੇ ਉਹ ਟੋਟੇ ਜੋ ਓਰਸ ਹੈ ਉਹਦੀਆਂ ਮੋਰੀਆਂ ਦੇ ਵਿੱਚ ਭਰ ਦਿੱਤੇ ਜਾਂਦੇ ਸੀ। ਕਿਉਂ? and stuffed through the oar holes, because if overseers will take the dead body of the slave to upper deck, ਕਿਉਂਕਿ ਜੇ overseers ਮਿਲ ਕੇ upper deck ਤੇ ਉਸ dead body ਨੂੰ ਲੈ ਕੇ ਜਾਣਗੇ, the slaves at the lower decks can rebel। ਤਾਂ ਜਿਹੜੇ ਰਿਬੈਲ ਕਰ ਸਕਦੇ ਹੈ, ਜਿਹੜੇ ਲੋਅਰ ਡੈਕ 'ਤੇ ਸਲੇਵਸ ਹੈ ਉਹ ਕੀ ਹੈ, ਜੋ ਅਗੇਂਸਟ ਖੜੇ ਹੋ ਸਕਦੇ ਹੈ ਅਤੇ ਐਂਡ ਸਟੋਪ ਰੋਇੰਗ ਦਾ ਸ਼ਿਪ, ਅਤੇ ਸ਼ਿਪ ਨੂੰ ਚਲਾਉਣਾ ਬੰਦ ਕਰ ਸਕਦੇ ਹੈ। ਹੀ ਫਰਦਰ ਐਕਸਪਲੇਨਸ ਹਾਊ ਦ ਗੈਲੇ ਸਲੇਵਸ ਵਰ ਫੈਡ ਇਨ ਦ ਸੀ। ਤਾਂ ਉਹ ਐਕਸਪਲੇਨ ਕਰਦੇ ਕਿ ਗੈਲੇ ਸਲੇਵਸ ਸਮੁੰਦਰ ਦੇ ਵਿੱਚ ਉਹਨਾਂ ਨੂੰ ਕਿਵੇਂ ਫੀਡ ਕੀਤਾ ਜਾਂਦਾ ਸੀ, ਕੀ ਖਾਣ ਨੂੰ ਦਿੱਤਾ ਜਾਂਦਾ ਸੀ। ਇਹ ਸ਼ੋਰਟ ਨੋਟ ਆ ਸਕਦਾ ਵੀ ਵਾਟ ਵਾਜ਼ ਦਾ ਪਲਾਈਟ ਆਫ ਗੈਲੇ ਸਲੇਵਸ। ਇਹ ਸਾਰਾ ਹੀ ਜੋ ਹੈ ਤੁਸੀਂ ਪਹਿਲਾਂ ਸ਼ੋਰਟ ਨੋਟ ਦੇ ਵਿੱਚ ਲਿਖ ਸਕਦੇ ਹੋ। ਵਾਟ ਵਾਜ਼ ਦਾ ਪਲਾਈਟ ਜਾਂ ਵਾਟ ਵਾਜ਼ ਦਾ ਕੰਡੀਸ਼ਨ ਆਫ ਗੈਲੇ ਸਲੇਵਸ, ਡਿਸਕਸ ਇਨ ਡਿਟੇਲ। ਤਾਂ ਉਹਨੂੰ ਖਾਣ ਨੂੰ ਕੀ ਦਿੱਤਾ ਜਾਂਦਾ ਸੀ? ਫਿਗਸ, ਅੰਜੀਰ, ਬਲੈਕ ਬੀਨਸ ਮਤਲਬ ਰਾਜਮਾ ਵਰਗੇ, ਐਂਡ ਵਾਈਨ ਇਨ ਦਾ ਸਕਿਨ ਬੈਗ। ਅਤੇ ਇੱਕ ਹੀ ਸਕਿਨ ਬੈਗ ਦੇ ਵਿੱਚ ਵਾਈਨ ਜਿਹੜੀ ਕਿ ਉਹ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਪਾਸ ਕਰਦੇ ਰਹਿੰਦੇ ਸੀ, ਜਿਹੜੇ ਕਿ ਬੈਂਚ ਟੂ ਬੈਂਚ ਪਾਸ ਹੁੰਦੀ ਰਹਿੰਦੀ ਸੀ। ਨਰੇਟਰ ਵਾਜ਼ ਸਰਪ੍ਰਾਈਜ਼ਡ ਐਟ ਦ ਨੋਸ਼ਨ ਆਫ ਚਾਰਲੀ। ਨਰੇਟਰ ਬਹੁਤ ਹੈਰਾਨ ਹੁੰਦਾ ਸੀ ਚਾਰਲੀ ਦੀ ਇਸ ਨੋਸ਼ਨ ਨੂੰ ਸੁਣ ਕੇ। ਹੀ ਆਸਕਡ ਚਾਰਲੀ ਅਬਾਊਟ ਹਿਜ਼ ਵਿਜ਼ਿਟ ਇਨ ਦ ਸੀ। ਤਾਂ ਉਹ ਪੁੱਛਦਾ ਵੀ, ਚਾਰਲੀ ਨੂੰ ਪੁੱਛਦਾ ਕਦੀ ਤੂੰ ਸਮੁੰਦਰ ਦੇ ਵਿੱਚ ਗਿਆ ਹੈ? ਤਾਂ ਚਾਰਲੀ ਡਿਨਾਈਡ ਡੈਟ ਹੀ ਹੈਜ਼ ਨੈਵਰ ਬੀਨ ਟੂ ਸੀ ਔਰ ਹੀ ਹੈਜ਼ ਨੈਵਰ ਰੈਡ ਐਨੀ ਸਟੋਰੀ ਅਬਾਊਟ ਸੀ। ਕਹਿੰਦਾ ਨਾ ਹੀ ਮੈਂ ਕਦੇ ਸਮੁੰਦਰ 'ਚ ਗਿਆ ਅਤੇ ਨਾ ਹੀ ਸਮੁੰਦਰ ਬਾਰੇ ਕੋਈ ਸਟੋਰੀ ਪੜ੍ਹੀ ਹੈ। ਨਾਓ ਦ ਨਰੇਟਰ ਵਾਜ਼ ਸ਼ਿਓਰ ਦੈਟ ਇਟ ਵਾਜ਼ ਮੈਟਮਸਾਈਕੋਸਿਸ, ਮਤਲਬ ਇਹ ਟਰਾਂਸਮਾਈਗ੍ਰੇਸ਼ਨ ਦਾ ਕੇਸ ਹੈ। ਮੀਨਸ ਚਾਰਲੀ ਵਾਜ਼ ਅਨਅਵੇਅਰ ਅਬਾਊਟ ਦਿਸ, ਕਿ ਚਾਰਲੀ ਨੂੰ ਨਹੀਂ ਪਤਾ ਸੀ ਕਿ ਉਹ ਪੁਨਰ ਜਨਮ ਦੇ ਵਿੱਚ ਹੈ ਅਤੇ ਉਹ ਪੁਰਾਤਨ ਜਨਮ ਦੀਆਂ ਸਾਰੀਆਂ ਗੱਲਾਂ ਨੂੰ ਸੁਪਨਿਆਂ ਦੇ ਥਰੂ ਯਾਦ ਕਰ ਰਿਹਾ ਹੈ। ਹੀ ਵਾਜ਼ ਹੈਵਿੰਗ ਡਰੀਮਸ ਆਫ ਹਿਜ਼ ਪਾਸਟ ਲਾਈਫਸ। ਅਤੇ ਉਹਨੂੰ ਸਮੁੰਦਰ ਦੇ ਜੋ ਸੁਪਨੇ ਆ ਰਹੇ ਹੈ, ਗੈਲੇ ਸਲੇਵ ਦੇ ਜੋ ਸੁਪਨੇ ਆ ਰਹੇ ਹੈ,
ਅਨਨੇਮਡ ਸੀ ਦੇ ਜੋ ਸੁਪਨੇ ਆ ਰਹੇ ਹੈ ਉਹ ਸਾਰੇ ਕੀ ਹੈ ਉਹਦੀ ਪੁਰਾਣੀਆਂ ਜ਼ਿੰਦਗੀਆਂ ਹੈ। Charlie comes to a narrator full of feelings for the poetry books which he has bought from £5। ਹੁਣ ਚਾਰਲੇ ਨਰੇਟਰ ਕੋਲ ਆਂਦਾ ਹੈ, ਪਰ ਇਸ ਟਾਈਮ ਉਹ ਸੁਪਨਿਆਂ ਦੀ ਗੱਲ ਨਹੀਂ ਕਰਦਾ, ਉਹ ਉਹਨਾਂ ਕਿਤਾਬਾਂ ਉਹਨਾਂ ਪੋਇਟਸ ਦੀ ਗੱਲ ਕਰਦਾ ਜਿਹੜੇ ਕਿ ਉਹਨੇ £5 ਜਿਹੜੇ ਕਿ ਨਰੇਟਰ ਨੂੰ ਦਿੱਤੇ ਸੀ ਉਸ ਤੋਂ ਖਰੀਦੀਆਂ। ਹੀ ਡਿਸਕਸਿਸ ਬਾਇਰਨ, ਸ਼ੈਲੇ, ਕੀਟਸ, ਤਾਂ ਉਹ ਸਾਰੇ ਕਿਸ ਦੇ ਨਾਮ ਹੈ? ਪੋਇਟਸ ਦੇ ਨਾਮ ਹੈ। ਬਟ ਨਰੇਟਰ ਵਾਜ਼ ਨੋ ਲੋਂਗਰ ਇੰਟਰਸਟਡ ਇਨ ਲਿਸਨਿੰਗ ਹਿਜ਼ ਇੰਟਰਸਟ ਇਨ ਪ੍ਰੈਜ਼ੈਂਟ ਲਾਈਫ ਪੋਇਟਸ। ਪਰ ਨਰੇਟਰ ਨੂੰ ਸਿਰਫ ਉਹਨੂੰ ਉਸਦਾ ਧਿਆਨ ਸਟੋਰੀ ਲਿਖਣ ਵੱਲ ਹੈ, ਤਾਂ ਉਹ ਇੰਟਰਸਟ ਨਾਲ ਨਹੀਂ ਸੁਣਦਾ ਚਾਰਲੇ ਦੀਆਂ ਗੱਲਾਂ about the present life and present poets and present poetry. He wants to know more about Greek galley slaves. ਉਹ ਕਿਸ ਬਾਰੇ ਸੁਣਨਾ ਚਾਹੁੰਦਾ ਹੈ? galley slaves ਬਾਰੇ ਸੁਣਨਾ ਚਾਹੁੰਦਾ ਹੈ। He cursed all the poets of the present life. ਤੇ ਨਰੇਟਰ ਬੁਰਾ ਭਲਾ ਕਹਿੰਦਾ ਹੈ ਉਹਨਾਂ ਸਾਰੇ ਪੋਇਟਸ ਨੂੰ ਵੀ ਕਿੱਥੋਂ ਇਹਦੇ ਦਿਮਾਗ ਦੇ ਵਿੱਚ ਆ ਗਿਆ ਹੈ, ਕਿੱਥੋਂ ਇਹਨੇ ਇਹ ਬੁੱਕਸ ਖਰੀਦ ਲਈਆਂ ਪੋਇਟਰੀ ਦੀਆਂ, ਤਾਂ ਇਹ ਸਾਰੀਆਂ ਥਾਟਸ ਤਾਂ ਉਹਨੂੰ ਪੁਰਾਣੀ ਲਾਈਫ ਤੋਂ ਪਰਾਂ ਕਰ ਦੇਣਗੀਆਂ। who distorted the mind of Charlie and he was unable to recall the story further। ਜਿਹਨੇ ਕਿ ਚਾਰਲੇ ਦੇ ਦਿਮਾਗ ਨੂੰ ਖਰਾਬ ਕਰ ਦਿੱਤਾ ਹੈ, ਡਿਵਰਟ ਕਰ ਦਿੱਤਾ ਹੈ, ਡਿਸਟੋਰਟ ਕਰ ਦਿੱਤਾ ਹੈ, ਅਤੇ ਉਹ ਆਪਣੀ ਸਟੋਰੀ ਨੂੰ ਰੀਕਾਲ ਨਹੀਂ ਕਰ ਪਾ ਰਿਹਾ। ਨਰੇਟਰ ਕ੍ਰੀਏਟਡ ਸਰਕਮਸਟਾਂਸਿਸ ਦੈਟ ਲੈਡ ਟੂ ਰੀਕਾਲ ਦ ਸਟੋਰੀ ਆਫ ਗੈਲੀ ਸਲੇਵ। ਤਾਂ ਨਰੇਟਰ ਫਿਰ ਇਹੋ ਜਿਹੇ ਸਰਕਮਸਟਾਂਸ ਕ੍ਰੀਏਟ ਕਰਦਾ ਹੈ, ਹਾਲਾਤ ਕ੍ਰੀਏਟ ਕਰਦਾ ਹੈ ਕਿ ਜਿਸ ਕਰਕੇ ਚਾਰਲੇ ਨੂੰ ਉਹ ਆਪਣੀ ਪੁਰਾਣੀ ਸਟੋਰੀ ਯਾਦ ਆਵੇ। ਤਾਂ ਉਹ ਉਸਨੂੰ ਕਈ ਸਟੋਰੀਜ਼ ਜਿਵੇਂ ਦਾ ਹੀ ਨਰੇਟਡ ਦ ਸਟੋਰੀ ਆਫ ਦ ਬਰਾਈਡ ਆਫ ਐਬੇਡੋਸ, ਦ ਸਾਗਾ ਆਫ ਕਿੰਗ ਔਲਫ, ਇਹ ਕਈ ਸਟੋਰੀਜ਼ ਜਿਹੜੇ ਕਿ ਸਮੁੰਦਰ ਦੀਆਂ ਕਹਾਣੀਆਂ ਇਹੋ ਜਿਹੀਆਂ ਸੁਣਾਉਂਦਾ ਹੈ ਟੂ ਸ਼ੇਕ ਹਿਜ਼ ਨੋਸ਼ਨ ਇਨ ਦ ਮਾਈਂਡ, ਕਿ ਉਸਦੇ ਦਿਮਾਗ ਦੇ ਵਿੱਚ ਜੋ ਨੋਸ਼ਨ ਚੱਲ ਰਿਹਾ ਸੀ ਅਬਾਊਟ ਗੈਲੇ ਸਲੇਵ ਉਹ ਦੁਬਾਰਾ ਵਾਪਿਸ ਆਵੇ ਅਤੇ ਉਹ ਫਿਰ ਸਟੋਰੀ ਉਹਨੂੰ ਸੁਣਾ ਸਕੇ। Next one, Charlie further tells that he had an awful dream that their galley was attacked by ships from both left and right side of the ship। ਤਾਂ ਚਾਰਲੇ ਕਹਿੰਦਾ ਹੈ ਕਿ ਮੈਨੂੰ ਇੱਕ ਸੁਪਨਾ ਆਇਆ ਕਿ ਉਹਨਾਂ ਦੀ ਸ਼ਿਪ ਉਸ 'ਤੇ ਉਹਨਾਂ ਦੀ ਗੈਲੇ ਨੂੰ ਅਟੈਕ ਹੋਇਆ ਦੋਨੋਂ ਸਾਈਡ ਤੋਂ, ਰਾਈਟ ਸਾਈਡ ਤੋਂ ਵੀ ਅਤੇ ਲੈਫਟ ਸਾਈਡ ਤੋਂ ਵੀ ਬਾਈ ਦ ਸ਼ਿਪਸ। ਵਾਈਲਸ ਟੈਲਿੰਗ ਹਿਜ਼ ਡਰੀਮ ਚਾਰਲੀਜ਼ ਆਈਜ਼ ਵਰ ਔਨ ਦ ਵਾਲ ਬਿਹਾਈਂਡ ਦ ਚੇਅਰ ਆਫ ਨਰੇਟਰ, ਕਿ ਜਦੋਂ ਚਾਰਲੇ ਗੱਲ ਸੁਣਾ ਰਿਹਾ ਸੀ ਅਤੇ ਚਾਰਲੇ ਦੀਆਂ ਅੱਖਾਂ ਉਸ ਦੀਵਾਰ 'ਤੇ ਸਨ, ਨਰੇਟਰ ਦੀ ਪਿੱਛੇ ਦੀ ਦੀਵਾਰ 'ਤੇ ਸਨ, ਮਤਲਬ ਉਹ ਟਿਕ ਲਗਾ ਕੇ ਸੋਚੀ ਜਾ ਰਿਹਾ ਸੀ ਅਤੇ ਉਹ ਗੱਲਾਂ ਨੂੰ ਸੁਣਾਈ ਜਾ ਰਿਹਾ ਸੀ। ਦ ਮੈਨ ਔਨ ਅਨਦਰ ਸ਼ਿਪ ਕਰਸ਼ਡ ਚਾਰਲਿਸ ਬੈਕ, ਜਿਹੜੇ ਦੂਸਰੀ ਸ਼ਿਪ 'ਤੇ ਆਦਮੀ ਸੀ ਉਹਨਾਂ ਨੇ ਕਰਸ਼ ਮਤਲਬ ਦਬਾ ਦੇਣਾ, ਚੂਰ ਦੇਣਾ, ਚਾਰਲੇ ਦੀ ਬੈਕ 'ਤੇ ਆ ਗਏ। ਹੀ ਵਾਜ਼ ਅਨਏਬਲ ਟੂ ਮੂਵ, ਚਾਰਲੇ ਹਿਲ ਨਹੀਂ ਪਾ ਰਿਹਾ ਸੀ। ਦ ਲੈਫਟ ਸਾਈਡ ਆਫ ਦ ਸ਼ਿਪ ਵੈਂਟ ਅਪ ਐਂਡ ਰਾਈਟ ਸਾਈਡ ਵਾਜ਼ ਫਿਲਡ ਵਿਦ ਵਾਟਰ, ਉਹਨਾਂ ਦੀ ਲੈਫਟ ਸਾਈਡ ਜਿਹੜੀ ਸ਼ਿਪ ਦੇ ਉੱਪਰ ਚੱਕੀ ਗਈ ਸੀ ਅਤੇ ਰਾਈਟ ਸਾਈਡ ਉਹ ਪਾਣੀ ਦੇ ਵਿੱਚ ਡੁੱਬ ਗਈ ਸੀ। ਦੇ ਆਲ ਡਾਈਡ ਇਨ ਦਿਸ ਸਟਰਗਲ, ਅਤੇ ਉਹ ਸਾਰੇ ਗੈਲੇ ਸਲੇਵ ਇਸ ਸਟਰਗਲ ਦੇ ਵਿੱਚ ਮਰ ਗਏ ਸੀ। ਬਟ ਦ ਹੀਰੋ ਹੂ ਵਾਜ਼ ਬਲੈਕ ਹੇਅਰਡ ਮਸਟ ਹੈਵ ਸਰਵਾਈਵਡ, ਪਰ ਚਾਰਲੇ ਇੱਕਦਮ ਅਚਾਨਕ 'ਚ ਕਹਿੰਦਾ ਹੈ ਪਰ ਸਾਡਾ ਹੀਰੋ ਜੋ ਕਿ ਬਲੈਕ ਹੇਅਰ ਸੀ ਸ਼ਾਇਦ ਉਹ ਜ਼ਿੰਦਾ ਰਿਹਾ ਹੋਵੇ। ਚਾਰਲੇ ਸਾਈਡ ਮੋਰਨਫੁਲੀ ਅਬਾਊਟ ਓਵਰਸੀਅਰ, ਅਤੇ ਉਹ ਓਵਰਸੀਅਰ ਬਾਰੇ ਬੜੀ ਦੁਖੀ ਹਿਰਦੇ ਨਾਲ ਕਹਿੰਦਾ ਹੈ। ਕੀ ਕਹਿੰਦਾ ਓਵਰਸੀਅਰ ਬਾਰੇ? ਵਾਟ ਆ ਸਕਾਊਂਡਰਲ, ਕਹਿੰਦੇ ਕਿੰਨੇ ਬਦਮਾਸ਼ ਸੀ। ਹੀ ਨੈਵਰ ਗੇਵ ਅਸ ਇਨਫ ਟੂ ਈਟ, ਉਹਨਾਂ ਨੇ ਸਾਨੂੰ ਕਦੀ ਚੰਗੀ ਤਰੀਕੇ ਨਾਲ ਖਾਣ ਲਈ ਨਹੀਂ ਦਿੱਤਾ। ਐਂਡ ਸਮਟਾਈਮਸ ਵੀ ਵਰ ਸੋ ਥਰਸਟੀ ਦੈਟ ਵੀ ਯੂਜ਼ ਟੂ ਡਰਿੰਕ ਸੋਲਟ ਵਾਟਰ, ਅਤੇ ਕਈ ਵਾਰੀ ਤਾਂ ਅਸੀਂ ਇੰਨੇ ਪਿਆਸੇ ਹੁੰਦੇ ਸੀ ਕਿ ਅਸੀਂ ਉਹ ਨਮਕ ਵਾਲਾ ਪਾਣੀ ਵੀ ਪੀ ਲੈਂਦੇ ਸੀ, ਅਤੇ ਉਸ ਨਮਕ ਵਾਲੇ ਪਾਣੀ ਦਾ ਟੇਸਟ ਚਾਰਲੇ ਨੂੰ ਅਜੇ ਵੀ ਫੀਲ ਹੋ ਰਿਹਾ ਸੀ। Charlie further tells that the rowers on the galleys mutinied and they tore up the benches and choked the overseer to death against the side of the ship with their chained hands। ਚਾਰਲੇ ਯਾਦ ਕਰਦਾ ਹੈ ਕਿ ਕਿਵੇਂ ਰੋਵਰਸ ਮਤਲਬ ਚੱਪੂ ਚਲਾਉਣ ਵਾਲੇ ਜਿਹੜੇ ਗੈਲੇ ਦੇ ਉੱਪਰ ਰੋਵਰ ਸੀ ਉਹਨਾਂ ਨੇ ਮਿਊਟਨੀ ਮਤਲਬ ਕਿਵੇਂ ਰਿਬੈਲ ਕਰ ਦਿੱਤਾ, ਬਗਾਵਤ ਕਰ ਦਿੱਤੀ, ਅਤੇ ਉਹ ਟੋਰ ਅਪ ਦ ਬੈਂਚਿਸ ਨੂੰ ਤੋੜ ਦਿੱਤਾ ਅਤੇ ਚੋਕ ਦ ਓਵਰਸੀਅਰਸ ਟੂ ਡੈਥ ਅਗੇਂਸਟ ਦ ਸਾਈਡ ਆਫ ਦ ਸ਼ਿਪ ਵਿਦ ਦੇਅਰ ਚੇਨਡ ਹੈਂਡਸ, ਅਤੇ ਆਪਣੇ ਚੇਨਡ ਹੈਂਡਸ ਆਪਣੇ ਚੇਨ ਵਾਲੇ ਉਹਨਾਂ ਦੇ ਚੇਨਾਂ ਦੇ ਵਿੱਚ ਹੱਥਾਂ ਦੇ ਵਿੱਚ ਹੱਥਕੜੀਆਂ ਸੀ, ਅਤੇ ਓਵਰਸੀਅਰ ਨੂੰ ਉਹਨਾਂ ਹੱਥਕੜੀਆਂ ਦੇ ਨਾਲ ਹੀ ਕਿਵੇਂ ਉਹਨਾਂ ਨੇ ਕੱਟ ਦਿੱਤਾ, ਵੱਢ ਦਿੱਤਾ, ਉਹਨਾਂ ਦੇ ਗਲਾ ਦਬਾ ਦਿੱਤਾ ਅਤੇ ਉਹਨਾਂ ਨੂੰ ਮਾਰ ਦਿੱਤਾ। ਇਨ ਦ ਸੇਮ ਵੇ ਦੇ ਵਰ ਚੌਕਡ ਐਟ ਦ ਲੋਐਸਟ ਡੈਕ, ਇਸੇ ਤਰੀਕੇ ਹਰੇਕ ਡੈਕ 'ਤੇ ਬੈਠੇ ਸਲੇਵਸ ਨੇ ਓਵਰਸੀਅਰ ਨੂੰ ਇੱਦਾਂ ਹੀ ਚੌਕ ਕਰ ਦਿੱਤਾ।
ਬਟ ਚਾਰਲੀ ਵਾਜ਼ ਅਨਏਬਲ ਟੂ ਟੈਲ ਐਨੀਥਿੰਗ ਫਰਦਰ ਐਕਸੈਪਟ ਦਾ ਰੈਡ ਹੇਅਰਡ ਹੀਰੋ। ਤਾਂ ਚਾਰਲੀ ਹੁਣ ਕੁਝ ਹੋਰ ਨਹੀਂ ਦੱਸ ਪਾ ਰਿਹਾ ਸੀ, ਸਿਰਫ ਉਹਨੇ ਰੈਡ ਹੇਅਰਡ ਲਾਲ ਵਾਲਾਂ ਵਾਲੇ ਹੀਰੋ ਬਾਰੇ ਦੱਸਿਆ। ਹੀ ਵਾਜ਼ ਐਜ਼ ਰੈਡ ਐਜ਼ ਅ ਰੈਡ ਬੀਅਰ। ਉਹ ਕਿੰਨਾ ਲਾਲ ਸੀ ਜਿਵੇਂ ਕਿ ਇੱਕ ਲਾਲ ਭਾਲੂ ਹੋਵੇ। ਹੀ ਕੇਮ ਫਰੋਮ ਨੌਰਥ ਐਂਡ ਈਅਰਸ ਆਫਟਰ ਨਿਊਜ਼ ਕੇਮ ਫਰੋਮ ਅਨਦਰ ਸ਼ਿਪ ਦੈਟ ਹੀ ਹੈਜ਼ ਕਮ ਬੈਕ। ਤਾਂ ਉਹ ਕਿੱਥੋਂ ਸੀਗਾ? ਨਾਰਥ ਤੋਂ ਸੀਗਾ, ਅਤੇ ਕਿੰਨੇ ਸਾਲਾਂ ਬਾਅਦ ਇਹ ਖਬਰ ਆਈ ਕਿ ਉਹ ਵਾਪਿਸ ਆ ਗਿਆ। Charlie had spoken nothing about Greek Galley slaves. He had talked of some adventures of Vikings of Thorfinn Karlsefni sailing to Vineland. ਤਾਂ ਚਾਰਲੇ ਹੁਣ ਜਦੋਂ ਨੈਕਸਟ ਟਾਈਮ ਆਇਆ ਤਾਂ ਉਹਨੇ ਗ੍ਰੀਕ ਗੈਲੇ ਸਲੇਵ ਦੀ ਗੱਲ ਨਹੀਂ ਕੀਤੀ, ਉਹਨੇ ਕੁਝ ਇੱਕ ਹੋਰ ਹੀ ਐਡਵੈਂਚਰ ਦੀ ਗੱਲ ਕੀਤੀ ਜੋ ਕਿ ਵਾਈਕਿੰਗਸ ਦਾ ਸੀਗਾ, ਵਾਈਕਿੰਗਸ ਬਾਰੇ ਸੀ, ਥੋਰਫਿਨ ਕਾਰਲਸਫੈਨੇ ਬਾਰੇ ਸੀ, ਜੋ ਕਿ ਵਾਈਨਲੈਂਡ ਜਾ ਰਹੇ ਸੀ, ਵਿਚ ਵਾਜ਼ ਅਮੈਰੀਕਾ ਇਨ ਦਾ 9th ਔਰ 10th ਸੈਂਚਰੀ, ਜਿਹੜਾ ਕਿ 9ਵੀਂ ਅਤੇ 10ਵੀਂ ਸਦੀ ਦੇ ਵਿੱਚ ਅਮੈਰੀਕਾ ਕਰਕੇ ਜਾਣਿਆ ਜਾਂਦਾ ਸੀ। ਮੀਨਸ ਪ੍ਰੈਜ਼ੈਂਟ ਟਾਈਮ ਦਾ ਅਮੈਰੀਕਾ ਸੀ ਉਸ ਟਾਈਮ 'ਤੇ। ਤਾਂ ਚਾਰਲੇ ਵਾਜ਼ ਡਿਸਕ੍ਰਾਈਬਿੰਗ ਨੋਟ ਓਨਲੀ ਹਿਜ਼ ਵਨ ਲਾਈਫ ਬਟ ਮੈਨੀ ਪਾਸਟ ਲਾਈਫਸ। ਤਾਂ ਹੁਣ ਨਰੇਟਰ ਨੂੰ ਫੀਲ ਹੋਇਆ ਕਿ ਚਾਰਲੀ ਸਿਰਫ ਆਪਣੀ ਇੱਕ ਜ਼ਿੰਦਗੀ ਬਾਰੇ ਨਹੀਂ ਦੱਸ ਰਿਹਾ, ਉਹ ਆਪਣੀਆਂ ਵੱਖਰੀਆਂ ਵੱਖਰੀਆਂ ਜ਼ਿੰਦਗੀਆਂ ਬਾਰੇ ਐਕਸਪਲੇਨ ਕਰ ਰਿਹਾ ਹੈ। ਬਟ ਨਰੇਟਰ ਵਾਜ਼ ਅਨਏਬਲ ਟੂ ਕੰਪਾਈਲ ਦ ਸਟੋਰੀ ਬਿਕੋਜ਼ ਹੀ ਹੈਜ਼ ਇਨਫੋਰਮੇਸ਼ਨ ਇਨ ਫਰੈਗਮੈਂਟਸ। ਪਰ ਨਰੇਟਰ ਬੜਾ ਪਰੇਸ਼ਾਨ ਸੀ ਕਿਉਂਕਿ ਉਹ ਸਟੋਰੀ ਨੂੰ ਕੰਪਾਈਲ ਨਹੀਂ ਕਰ ਪਾ ਰਿਹਾ ਸੀ, ਸਮ ਅਪ ਨਹੀਂ ਕਰ ਪਾ ਰਿਹਾ ਸੀ, ਕਿਉਂਕਿ ਉਹਦੇ ਕੋਲ ਸਟੋਰੀ ਹਿੱਸਿਆਂ ਦੇ ਵਿੱਚ ਸੀ, ਪਾਰਟਸ ਦੇ ਵਿੱਚ ਸੀ, ਫਰੈਗਮੈਂਟਸ ਦੇ ਵਿੱਚ ਸੀ। ਵੰਸ ਅ ਥੋਟ ਕੇਮ ਟੂ ਨਰੇਟਰਸ ਮਾਈਂਡ ਡੈਟ ਚਾਰਲੀ ਕੈਨ ਬੀ ਟੇਕਨ ਟੂ ਅ ਪ੍ਰੋਫੈਸ਼ਨਲ ਮੈਸਮਰਿਸਟ। ਤਾਂ ਇੱਕ ਵਾਰੀ ਨਰੇਟਰ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਉਹ ਚਾਰਲੇ ਨੂੰ ਕਿਸੇ ਪ੍ਰੋਫੈਸ਼ਨਲ ਮੈਸਮਰਿਸਟ ਹੁੰਦੇ ਜਿਹੜੇ ਹਿਪਨੋਟਾਈਜ਼ ਕਰਕੇ ਤੁਹਾਡੇ ਤੋਂ ਪੂਰੀਆਂ ਗੱਲਾਂ ਉਗਲਵਾ ਲੈਂਦੇ ਆ, ਬਾਹਰ ਕਢਵਾ ਲੈਂਦੇ ਆ। ਹੀ ਵੁੱਡ ਸਪੀਕ ਟੂ ਹਿਜ਼ ਹੋਲ ਪਾਸਟ ਅੰਡਰ ਹਿਜ਼ ਪ੍ਰੈਸ਼ਰ। ਤੁਹਾਨੂੰ ਲੱਗਦਾ ਕਿ ਉਹ ਸਾਰਾ ਆਪਣਾ ਪਾਸਟ ਉਹਦੇ ਪ੍ਰੈਸ਼ਰ ਦੇ ਵਿੱਚ ਸਭ ਕੁਝ ਦੱਸ ਦੇਊਗਾ। ਦੈਟ ਹੀ ਮੇ ਲਾਈ ਬਟ ਨਰੇਟਰ ਵਾਜ਼ ਅਫਰੇਡ। ਪਰ ਨਰੇਟਰ ਨੂੰ ਨਾਲ ਇਹ ਵੀ ਡਰ ਸੀ ਕਿ ਹੀ ਮੇ ਲਾਈ ਥਰੂ ਫੀਅਰ ਆਫ ਇੰਟਰਵਿਊਜ਼। ਸ਼ਾਇਦ ਇੰਟਰਵਿਊ ਦੇ ਡਰ ਦੇ ਮਾਰੇ ਉਹ ਸ਼ਾਇਦ ਝੂਠ ਹੀ ਨਾ ਬੋਲ ਦੇਵੇ। ਸੋ ਹੀ ਡਿਸਾਈਡਡ ਟੂ ਕੀਪ ਹਿਮ ਇਨ ਹਿਜ਼ ਓਨ ਹੈਂਡਸ। ਤਾਂ ਉਹ ਡਿਸਾਈਡ ਕਰਦਾ ਟੂ ਕੀਪ ਚਾਰਲੇ, ਕਿ ਉਹ ਚਾਰਲੇ ਨੂੰ ਆਪਣੇ ਹੱਥਾਂ ਵਿੱਚ ਹੀ ਰੱਖੇਗਾ ਅਤੇ ਖੁਦ ਹੀ ਉਹ ਤੋਂ ਸਟੋਰੀ ਬੁਲਵਾਏਗਾ। The narrator meets a young Bengali law student named ਗਿਰੀਸ਼ ਚੰਦਰ। ਤਾਂ ਹੁਣ ਨਰੇਟਰ ਇੱਕ ਬੰਗਾਲੀ ਸਟੂਡੈਂਟ ਗਿਰੀਸ਼ ਚੰਦਰ ਨੂੰ ਮਿਲਦਾ ਹੈ, whose father has sent him to England to become civilized। ਜਿਸ ਦੇ ਫਾਦਰ ਨੇ ਉਹਨੂੰ ਇੰਗਲੈਂਡ ਦੇ ਵਿੱਚ ਭੇਜਿਆ ਹੈ ਤਾਂ ਕਿ ਉਹ ਸੱਭਿਅਕ ਬਣ ਸਕੇ। ਗਿਰੀਸ਼ ਚੰਦਰ ਵਾਜ਼ ਅ ਯੰਗ ਫੈਟ ਫੁੱਲ ਬੋਡੀਡ ਬੰਗਾਲੀ। ਤਾਂ ਗਿਰੀਸ਼ ਚੰਦਰ ਦੀ ਫਿਜ਼ੀਕਲ ਫੀਚਰ ਕੀ ਸੀ? ਯੰਗ ਸੀ, ਮੋਟਾ ਸੀ, ਏਬਲ ਬੋਡੀਡ ਬੰਗਾਲੀ ਸੀ। ਡਰੈਸ ਕਿੱਦਾਂ ਦੀ ਪਾਈ ਹੋਈ ਸੀ ਉਹਨੇ? ਫਰੋਕ ਟਾਈਪ ਕੋਟ ਜਿਹੜਾ ਸੀ, ਖੁੱਲ੍ਹਾ ਜਿਹਾ ਫਰੋਕ ਟਾਈਪ, ਠੀਕ ਹੈ ਜੀ। ਦੈਨ ਟਾਲ ਹੈਟ, ਲੰਬੀ ਹੈਟ ਸੀ, ਅਤੇ ਲਾਈਟ ਟਰਾਊਜ਼ਰਸ ਉਹਦੇ ਪੈਂਟ ਪਾਈ ਹੋਈ ਸੀ। ਹੁਣ ਇਹ ਕਰੈਕਟਰ ਹੈ ਬੇਟਾ ਗਿਰੀਸ਼ ਚੰਦਰ, ਇਹਦੇ ਬਾਰੇ ਵੀ ਸ਼ੋਰਟ ਨੋਟ ਪੁੱਛਿਆ ਜਾ ਸਕਦਾ ਹੈ, ਅਤੇ ਇਹੀ ਤੁਸੀਂ ਲਿਖ ਦੇਣਾ ਹੈ। ਦੇਖੋ ਟਾਈਮ ਹੈ ਨਹੀਂ ਬੱਚੇ ਮੇਰੇ ਕੋਲੋਂ, ਤਾਂ ਕਿ ਨਹੀਂ ਤਾਂ ਮੈਂ ਸ਼ੋਰਟ ਨੋਟ ਤੁਹਾਨੂੰ ਵੱਖਰੇ ਬਣਾ ਕੇ ਦਿੰਦੀ। ਸਾਰੇ ਹੀ ਸ਼ੋਰਟ ਨੋਟ ਤੁਹਾਡੇ ਏਸੇ ਦੇ ਵਿੱਚੋਂ, ਇਹਨਾਂ 2 ਕੁਐਸਚਨਸ ਦੇ ਵਿੱਚੋਂ ਨਿਕਲ ਜਾਣਗੇ ਬੱਚੇ। ਦੇ ਬੋਥ ਵੋਕ ਟੂਗੈਦਰ ਟੂ ਨੋਰਥ ਬਰੁਕ। ਉਹ ਦੋਨੇ ਇਕੱਠੇ ਨੋਰਥ ਬਰੁਕ ਕਲੱਬ ਵੱਲ ਇਕੱਠੇ ਜਾਂਦੇ ਆ, ਨੋਰਥ ਬਰੁਕ ਕਲੱਬ। ਐਂਡ ਨਰੇਟਰ ਟੋਲਡ ਹਿਮ ਦ ਹੋਲ ਸਟੋਰੀ ਆਫ ਚਾਰਲੀ। ਅਤੇ ਨਰੇਟਰ ਉਹਨੂੰ ਸਾਰੀ ਚਾਰਲੀ ਦੀ ਕਹਾਣੀ ਸੁਣਾਉਂਦਾ ਹੈ। ਗਿਰੀਸ਼ ਨੂੰ ਵੀ ਇਸ ਗੱਲ ਬਾਰੇ ਬਹੁਤ ਨੌਲੇਜ ਸੀ ਕਿ ਟਰਾਂਸਮਾਈਗ੍ਰੇਸ਼ਨ ਕੀ ਹੁੰਦੀ ਹੈ। ਗਿਰੀਸ਼ kept on nodding his head as he has already heard stories of past life। ਤਾਂ ਗਿਰੀਸ਼ ਉਹਦੀ ਗੱਲ ਨੂੰ ਸੁਣ ਕੇ ਆਪਣਾ ਸਿਰ ਹਿਲਾਉਂਦਾ ਰਹਿੰਦਾ ਹੈ, ਕਿਉਂਕਿ ਉਹਨੇ ਪਾਸਟ ਲਾਈਫ ਦੀਆਂ ਕਈ ਸਟੋਰੀਜ਼ ਹੋਰਾਂ ਤੋਂ ਸੁਣੀਆਂ ਸੀ। ਤਾਂ ਹੀ ਫਿਲੋਸਫਿਕਲੀ ਉਹ ਬੜੀ ਦਾਰਸ਼ਨਿਕਤਾ ਨਾਲ, ਬੜੀ ਸੂਝ-ਬੂਝ ਨਾਲ ਕਹਿੰਦਾ ਹੈ, ਬਟ ਅ ਡੋਰ ਇਜ਼ ਸ਼ਟ। ਕਹਿੰਦੇ ਪਰ ਤੁਹਾਡੇ ਅੱਗੇ ਦਰਵਾਜ਼ਾ ਬੰਦ ਹੈ, ਤੁਸੀਂ ਇਹ ਗੱਲ ਕਿਸੇ ਨੂੰ ਨਹੀਂ ਦੱਸ ਸਕਦੇ। ਯੂ ਕੈਨ ਨੋਟ ਸ਼ੇਅਰ ਦਿਸ ਸਟੋਰੀ ਵਿਦ ਐਨੀ ਅਦਰ ਪਰਸਨ। ਬਾਈ ਗਿਵਿੰਗ ਮੈਨੀ ਐਗਜ਼ਾਮਪਲਸ ਫਰੋਮ ਰਿਲੀਜਨਸ। ਉਹ ਵੱਖਰੇ ਵੱਖਰੇ ਧਰਮਾਂ ਦੀਆਂ ਵੱਖਰੀਆਂ ਵੱਖਰੀਆਂ ਐਗਜ਼ਾਮਪਲਸ ਦੇ ਕੇ ਦੱਸਦਾ ਹੈ ਨਰੇਟਰ ਨੂੰ ਕਿ ਇਫ ਯੂ ਵਿਲ ਟੈਲ ਦਿਸ ਸਟੋਰੀ ਟੂ ਯਰ ਫਰੈਂਡਸ ਔਰ ਐਨੀ ਵਨ ਯੂ ਵਿਲ ਬੀ ਡਿਕਲੇਅਰਡ ਐਸ ਮੈਡ। ਕਹਿੰਦੇ ਤੂੰ ਜਾਂ ਚਾਰਲੇ ਜੇ ਇਹ ਸਟੋਰੀ ਕਿਸੇ ਨੂੰ ਵੀ ਸੁਣਾਓਗੇ ਤਾਂ ਤੁਹਾਨੂੰ ਲੋਕੀ ਪਾਗਲ ਕਹਿਣਗੇ, ਠੀਕ ਹੈ। ਐਂਡ ਪੁੱਟ ਇਟ ਇਨ ਦ ਪੇਪਰਸ, ਅਤੇ ਖਬਰ ਛਪਾ ਦੇਣਗੇ। ਇਫ ਚਾਰਲੇ ਵਿਲ ਟੈਲ ਹਿਸ ਸਟੋਰੀ ਟੂ ਅਦਰਸ ਐਵਰੀਬੋਡੀ ਵਿਲ ਕੰਸੀਡਰ ਹਿਮ ਲੂਨੈਟਿਕ। ਅਤੇ ਜੇ ਚਾਰਲੇ ਕਿਸੇ ਨੂੰ ਇਹ ਕਹਾਣੀ ਸੁਣਾਏਗਾ ਤਾਂ ਉਹ ਉਹਨੂੰ ਲੂਨੈਟਿਕ ਮਤਲਬ ਬੇਵਕੂਫ, ਪਾਗਲ ਕਹਿਣਗੇ। ਹੂ ਇਜ਼ ਆਊਟ ਆਫ ਹਿਸ ਸੈਂਸਿਸ, ਜਿਹੜੇ ਕਿ ਆਪਣੀਆਂ ਸੈਂਸਿਸ ਦੇ ਵਿੱਚ ਨਹੀਂ ਹੈ ਅਤੇ ਕੁਝ ਐਵੇਂ ਬੋਲੀ ਜਾ ਰਿਹਾ ਹੈ।
Now Charlie comes to narrator with the poem written in blank verse about the plight of galley slaves। ਹੁਣ ਇਹ ਵੀ ਸ਼ੋਰਟ ਨੋਟ ਪੁੱਛਿਆ ਜਾ ਸਕਿਆ ਸਕਦੇ ਕਿ ਚਾਰਲੇ ਕਿਹੜੀ ਪੋਇਮ ਲੈ ਕੇ ਆਇਆ ਸੀ ਨਰੇਟਰ ਕੋਲੋਂ ਅਬਾਊਟ ਗੈਲੇ ਸਲੇਵਸ। ਅਤੇ ਇੱਕ ਪੋਇਮ ਕਿਹਦੇ ਸੀ ਬਲੈਂਕ ਵਰਸ ਦੇ ਵਿੱਚ ਸੀ ਕਿਹਦੇ ਬਾਰੇ ਸੀ ਉਹਨਾਂ ਦੀ ਪਲਾਈਟ ਬਾਰੇ ਉਹਨਾਂ ਦੀ ਦੁਰਦਸ਼ਾ ਦੇ ਬਾਰੇ ਵਿੱਚ ਸੀ। ਵਿਲ ਯੂ ਨੈਵਰ ਲੈਟ ਅਸ ਗੋ ਤਾਂ ਉਹਦਾ ਟਾਈਟਲ ਕੀ ਸੀ ਵੀ ਸਾਨੂੰ ਕਦੀ ਤੁਸੀਂ ਨਹੀਂ ਜਾਣ ਦਿਓਗੇ। ਜੋ ਵੀ ਗੈਲੇ ਸਲੇਵਸ ਨਾਲ ਬੁਰਾ ਹੋਇਆ ਜੋ ਓਵਰਸੀਅਰਸ ਉਹਨਾਂ 'ਤੇ ਉਹਨਾਂ ਨੂੰ ਟੌਰਚਰ ਕਰਦੇ ਸੀ ਉਹ ਸਭ ਕੁਛ ਉਹਨੇ ਇਸ ਪੋਇਮ ਦੇ ਵਿੱਚ ਲਿਖਿਆ। ਚਾਰਲੀ ਇੰਸਿਸਟਡ ਨਰੇਟਰ ਟੂ ਫਿਨਿਸ਼ ਦ ਸਟੋਰੀ ਬਾਈ ਗਿਵਿੰਗ ਇਟ ਐਨੀ ਸੋਰਟ ਆਫ ਐਂਡ। ਤਾਂ ਚਾਰਲੀ ਇੰਸਿਸਟ ਕਰਦਾ ਨਰੇਟਰ ਨੂੰ ਕਿ ਤੂੰ ਇਸ ਕਹਾਣੀ ਨੂੰ ਜੋ ਤੈਨੂੰ ਮੈਂ ਨੋਸ਼ਨ ਦੱਸਿਆ ਕਿਸੇ ਤਰੀਕੇ ਵੀ ਇਹਦਾ ਅੰਤ ਕਰ ਦੇ। ਹੀ ਕੈਨ ਕ੍ਰੀਏਟ ਅ ਹੀਰੋ ਤੂੰ ਕੋਈ ਵੀ ਹੀਰੋ ਕ੍ਰੀਏਟ ਕਰ ਦੇ ਜਿਹਨੇ ਕਿ ਇੱਕ ਲੜਕੀ ਨੂੰ ਬਚਾਇਆ ਉਹਨਾਂ ਪਾਇਰੇਟ ਗੈਲੇ ਐਂਡ ਮੈਰੀ ਹਰ ਕਿ ਇੱਕ ਲੜਕੀ ਨੂੰ ਬਚਾਇਆ ਅਤੇ ਉਸ ਤੋਂ ਬਾਅਦ ਉਸ ਲੜਕੀ ਨਾਲ ਉਹਦੀ ਮੈਰਿਜ ਕਰਵਾ ਲਈ। I repeat, to finish the story by giving it any sort of end, he can create a hero who saved a girl on a pirate galley and marry her। ताकि उन्हें clear, but narrator wants to know the real story of Greek and Viking galley slaves। पर narrator original story जानना चाहता सी through the dreams of Charlie। Charlie ਦੇ ਸੁਪਨਿਆਂ ਦੇ through। Charlie said, I think I deserve 25% at least। ਪਰ ਚਾਰਲੇ ਹੁਣ ਬਹੁਤ ਲਾਲਚੀ ਹੋ ਚੁੱਕਿਆ ਸੀ। ਚਾਰਲੇ ਨੇ ਆਪਣੀ ਨੋਸ਼ਨ 5 ਪਾਉਂਡ 'ਚ ਵੇਚੀ ਪਰ ਹੁਣ ਉਹ ਕਹਿੰਦਾ ਕਿ ਇਹ ਫਾਈਨਲ ਸਟੋਰੀ ਹੈ ਤਾਂ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਇਹਦਾ 25% ਜੋ ਵੀ ਪ੍ਰੋਫਿਟ ਆਏਗਾ ਮੈਨੂੰ ਮਿਲਣਾ ਚਾਹੀਦਾ ਹੈ। Narrator was shocked to know about all these things। Narrator saw another side of Charlie। Narrator ਨੇ ਚਾਰਲੇ ਦੇ ਕਰੈਕਟਰ ਦਾ ਇੱਕ ਵੱਖਰਾ ਹੀ ਰੂਪ ਦੇਖਿਆ। He has become greedy for his ideas। ਉਹਨੂੰ ਲੱਗਿਆ ਕਿ ਚਾਰਲੇ ਹੁਣ ਬੜਾ ਗ੍ਰੀਡੀ ਹੋ ਗਿਆ ਹੈ ਮਨੀ ਮਾਈਂਡਡ ਹੋ ਗਿਆ ਹੈ। On the other day Charlie comes with another poem। ਹੁਣ ਇੱਕ ਹੋਰ ਦਿਨ ਚਾਰਲੇ ਇੱਕ ਹੋਰ ਪੋਇਮ ਲੈ ਕੇ ਆਉਂਦਾ ਹੈ। ਇਟ ਵਾਜ਼ ਨਾਟ ਅਬਾਊਟ ਗੈਲੇ ਸਲੇਵਸ। ਇਹ ਗੈਲੇ ਸਲੇਵਸ ਬਾਰੇ ਨਹੀਂ ਸੀ। ਇਟ ਵਾਜ਼ ਅਬਾਊਟ ਅ ਗਰਲ। ਇਹ ਕਿਹਦੇ ਬਾਰੇ ਸੀ ਇੱਕ ਲੜਕੀ ਬਾਰੇ ਸੀ ਵਿਦ ਕਰਲੀ ਹੈਡ ਐਂਡ ਰੋਜ਼ੀ ਲਿਪਸ ਜਿਹਦੇ ਕਿ ਰੋਜ਼ੀ ਲਿਪਸ ਸੀਗੇ ਅਤੇ ਬੜੇ ਘੁੰਘਰਾਲੇ ਵਾਲ ਸੀ। ਹੀ ਸਾਇਲੈਂਟਲੀ ਲੈਡ ਅ ਫੋਟੋਗ੍ਰਾਫ ਔਨ ਦ ਟੇਬਲ ਐਂਡ ਸੈਡ। ਉਹ ਸਾਇਲੈਂਟਲੀ ਆ ਕੇ ਚੁੱਪਚਾਪ ਆ ਕੇ ਫੋਟੋਗ੍ਰਾਫ ਰੱਖਦਾ ਹੈ ਉਸ ਲੜਕੀ ਦੀ ਟੇਬਲ ਦੇ ਅਤੇ ਕਹਿੰਦਾ ਹੈ ਮਾਈ ਗੋਡ ਸ਼ੀ ਲਵਸ ਮੀ ਅਤੇ ਕਹਿੰਦਾ ਹੈ ਵੀ ਉਹਨੂੰ ਮੇਰੇ ਨਾਲ ਪਿਆਰ ਹੋ ਗਿਆ। ਚਾਰਲੇ ਵਾਜ਼ ਨੈਵਰ ਇਨ ਲਵ ਵਿਦ ਐਨੀ ਗਰਲ। ਤਾਂ ਚਾਰਲੇ ਇੰਨਾ ਕੁ ਉਸ ਲੜਕੀ ਵਾਲਾ ਅਟਰੈਕਟ ਹੋ ਜਾਂਦਾ ਹੈ। ਹੀ ਵਾਜ਼ ਲੀਸਟ ਬੋਦਰਡ ਅਬਾਊਟ ਐਕਸਪ੍ਰੈਸ਼ਨ ਆਫ ਹਿਜ਼ ਮਦਰ ਅਬਾਊਟ ਹਿਜ਼ ਲਵ। ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਉਹਦੀ ਮਦਰ ਇਸ ਬਾਰੇ ਕੀ ਸੋਚੇਗੀ। ਚਾਰਲੇ ਟੈਲਸ ਦੈਟ ਹੀ ਹੈਜ਼ ਬੀਨ ਸੈਪਰੇਟਡ ਫਰੋਮ ਹਰ ਫਰੋਮ ਅ ਲੌਂਗ ਟਾਈਮ। ਚਾਰਲੇ ਕਹਿੰਦਾ ਕਿ ਮੈਂ ਇੱਕ ਲੰਬੇ ਸਮੇਂ ਤੋਂ ਉਸ ਤੋਂ ਦੂਰ ਰਿਹਾ ਅਤੇ ਹੁਣ ਮੈਂ ਦੂਰ ਨਹੀਂ ਰਹੂੰਗਾ। ਨਰੇਟਰ ਆਸਕ ਹਿਮ ਅਬਾਊਟ ਅ ਗੈਲੇਸ ਸਟੋਰੀ। ਤਾਂ ਨਰੇਟਰ ਨੂੰ ਪੁੱਛਦਾ ਵੀ ਚਲ ਤੂੰ ਮੈਨੂੰ ਹੁਣ ਠੀਕ ਹੈ ਉਹ ਲੜਕੀ ਬਾਰੇ ਦੱਸ ਤਾਂ ਠੀਕ ਹੈ ਹੁਣ ਤੂੰ ਮੈਨੂੰ ਗੈਲੇ ਸਲੇਵਸ ਦੀ ਸਟੋਰੀ ਬਾਰੇ ਤਾਂ ਦੱਸ। ਤਾਂ ਫਿਰ ਉਹ ਚਾਰਲੇ ਦਾ ਅੱਗੋਂ ਰਿਪਲਾਈ ਆਉਂਦਾ ਦ ਗੈਲੇ ਵਾਟ ਗੈਲੇ। ਗੈਲੇ ਕਿਹੜੇ ਗੈਲੇ ਮਤਲਬ ਹੁਣ ਉਹ ਸਾਰਾ ਨੋਸ਼ਨ ਜੋ ਉਹਦੀ ਪ੍ਰੀਵੀਅਸ ਲਾਈਫ ਦਾ ਸੀ ਜੋ ਟਰਾਂਸਮਾਈਗ੍ਰੇਸ਼ਨ ਦਾ ਸੀ ਉਹਦੇ ਪੁਨਰ ਜਨਮ ਦਾ ਸੀ ਜੋ ਨੋਸ਼ਨ ਉਹਨੂੰ ਪ੍ਰੀਵੀਅਸ ਲਾਈਫ ਦਾ ਸੀ ਉਹ ਸਭ ਕੁਝ ਕੀ ਹੋ ਚੁੱਕਿਆ ਡਿਸਅਪੀਅਰ ਹੋ ਚੁੱਕਿਆ ਬਿਕੋਜ਼ ਆਫ his love with that girl, because of the modern life ਜਿਹੜੀ ਉਹ ਜੀ ਰਿਹਾ ਹੈ, because of the greedy nature, money mindedness ਹੋਣ ਕਰਕੇ ਉਹ ਸਾਰਾ ਕੁਝ ਉਹ ਭੁੱਲ ਚੁੱਕਿਆ ਜੋ ਵੀ ਉਹਦੇ ਮਾਈਂਡ ਦੇ ਵਿੱਚ ਸੀ। ਮੀਨਸ ਦ ਫਾਈਨਲ ਸਟੋਰੀ ਇਨ ਦ ਵਰਡ ਹੈਜ਼ ਬੀਨ ਲੋਸਟ just because of his distraction to the worldly, to the materialistic things। as per Girish, ਜਿਵੇਂ ਕਿ ਗਰੀਸ਼ ਚੰਦਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਨਰੇਟਰ ਨੂੰ ਕਿ ਇਫ ਚਾਰਲੇ ਵਿਲ ਬੀ ਇਨ ਕੰਟੈਕਟ ਵਿਦ ਐਨੀ ਗਰਲ ਠੀਕ ਹੈ ਹੀ ਵਿਲ ਲੋਸਟ everything about his past life। ਤਾਂ ਉਵੇਂ ਹੀ ਹੁੰਦਾ ਹੈ ਚਾਰਲੀ ਹੈਜ਼ ਟੇਸਟਡ ਅ ਲਵ ਆਫ ਵੂਮਨ that has killed his remembrance ਧਿਆਨ ਨਾਲ ਲਿਖਣਾ ਬੇਟਾ ਕਿਉਂਕਿ ਥੋੜ੍ਹਾ ਜਿਹਾ ਸਪੈਲਿੰਗ remembrance ਪਲੀਜ਼ ਇਹਨੂੰ ਠੀਕ ਕਰ ਲੈਣਾ ਹੈ remembrance ਓਕੇ। ਰਿਮੈਂਬਰੈਂਸ ਮਤਲਬ ਉਹਨੂੰ ਜੋ ਉਹਨੂੰ ਯਾਦ ਸੀ ਸਭ ਕੁਝ ਭੁੱਲ ਜਾਂਦਾ ਹੈ।
ਨੈਵਰ ਐਂਡ ਅ ਫਾਈਨਲ ਸਟੋਰੀ ਇਨ ਦ ਵਰਲਡ ਵੁੱਡ ਨੈਵਰ ਬੀ ਰਿਟਨ, ਅਤੇ ਕਦੀ ਵੀ ਉਹ ਜਿਹੜੀ ਫਾਈਨਲ ਸਟੋਰੀ ਹੈ ਲਿਖੀ ਨਹੀਂ ਗਈ। ਤਾਂ ਇਹ ਸੀ ਬੇਟਾ ਸਮਰੀ ਆਫ ਦ ਸਟੋਰੀ। ਸਮਰੀ ਥੀਮ ਅਸੀਂ ਪਹਿਲਾਂ ਕਰ ਚੁੱਕੇ ਹਾਂ, ਚਾਹੇ ਥੀਮ ਆ ਜਾਏ ਚਾਹੇ ਸਮਰੀ ਆ ਜਾਏ। ਇਹ ਕਨਕਲੂਜਨ ਤੁਹਾਨੂੰ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਸਮਝਾ ਚੁੱਕੀ ਹਾਂ। ਇਹ ਕਨਕਲੂਜਨ ਹੈ। ਹੈਡਿੰਗ, ਨੋ ਹੈਡਿੰਗ, ਲਿਟਰੇਚਰ ਸਟੂਡੈਂਟ ਹੋ ਕਿਤੇ ਵੀ ਹੈਡਿੰਗ ਨਹੀਂ ਬਣਾ ਕੇ ਆ ਰਹੇ, ਬਹੁਤ ਧਿਆਨ ਨਾਲ ਸਮਝ ਲਓ, ਠੀਕ ਹੈ। ਅਗਰ ਆ ਗਿਆ ਇਸ ਦਾ ਟਾਈਟਲ ਆਫ ਦ ਸਟੋਰੀ ਜਸਟੀਫਾਈਡ, ਤਾਂ ਤੁਸੀਂ ਇਹ ਵਾਲਾ ਕਨਕਲੂਜਨ ਲਿਖ ਸਕਦੇ ਹੋ ਨਾਲ ਇਸ ਦੇ। ਦਸ ਦ ਟਾਈਟਲ ਆਫ ਦ ਸਟੋਰੀ ਇਜ਼ ਐਪਰੋਪ੍ਰੀਏਟ ਜਾਂ ਸੁਜੈਸਟਿਵ, ਜੇ ਟਾਈਟਲ ਆ ਗਿਆ ਕਿ ਟਾਈਟਲ ਸੁਜੈਸਟਿਵ ਹੈ ਕਿ ਨਹੀਂ। ਐਜ਼ ਅ ਹੋਲ ਸਟੋਰੀ ਰਿਵੋਲਵਸ ਅਰਾਊਂਡ ਦ ਨੋਸ਼ਨ ਆਫ ਚਾਰਲੇ ਮੀਅਰਸ ਅਬਾਊਟ ਦ ਫਾਈਨੈਸਟ ਸਟੋਰੀ ਇਨ ਦ ਵਰਲਡ, ਕਿ ਸਾਰੀ ਸਟੋਰੀ ਕਿਸ ਦੇ ਆਲੇ ਦੁਆਲੇ ਘੁੰਮਦੀ ਹੈ ਕਿ ਦ ਫਾਈਨੈਸਟ ਸਟੋਰੀ ਇਨ ਦ ਵਰਲਡ ਆਫ ਗ੍ਰੀਕ ਗੈਲੇ ਸਲੇਵਸ ਐਂਡ ਵਾਈਕਿੰਗ, ਗ੍ਰੀਕ ਗੈਲੇ ਸਲੇਵ ਬਾਰੇ ਅਤੇ ਵਾਈਕਿੰਗ ਬਾਰੇ, ਜੋ ਕਿ ਨੋਸ਼ਨ ਹੈ ਜੋ ਕਿ ਚਾਰਲੀ ਮੇਅਰਸ ਦੇ ਮਾਈਂਡ ਦੇ ਵਿੱਚ ਹੁੰਦਾ ਹੈ। ਉਮੀਦ ਕਰਦੀ ਹਾਂ ਬੇਟਾ ਸਮਝ ਆਇਆ। ਬਹੁਤ ਮਿਹਨਤ ਨਾਲ ਵੀਡੀਓ ਬਣਦੀ ਹੈ। ਪਲੀਜ਼ ਲਾਈਕ ਇਫ ਯੂ ਰੀਅਲੀ ਫੀਲ ਕਿ ਮੇਰੀ ਇਹਦੇ ਵਿੱਚ ਮਿਹਨਤ ਹੈ। ਪਲੀਜ਼ ਸ਼ੇਅਰ ਟੂ ਮੈਕਸੀਮਮ ਸਟੂਡੈਂਟ। ਪਲੀਜ਼ ਟੈਲ ਮੀ ਇਨ ਦਾ ਕਮੈਂਟ ਬਾਕਸ। ਤੁਹਾਡਾ ਸਿੰਗਲ ਕਮੈਂਟ ਮੈਨੂੰ ਅੱਗੇ ਵਧਣ ਦੇ ਲਈ ਬਹੁਤ ਮੋਟੀਵੇਟ ਕਰਦਾ ਹੈ। ਥੈਂਕ ਯੂ। ਗੋਡ ਬਲੈਸ ਯੂ। ਕੀਪ ਵਾਚਿੰਗ ਐਂਡ ਸ਼ੇਅਰਿੰਗ।